ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ। ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ। ਅਧਿਆਤਮ ਕਰਮ ਜੇ ਕਰੇ ਨਾਮ ਨ ਕਭੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ ਹਰਿ ਨਾਮ ਵਸੈ ਮਨ ਆਏ। ਸੰਗ ਨ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈਂ ਮੂਰਖ ਮਨਾ। ਸੁਤ ਮੀਤ ਕੁਟੰਬ ਅਰ ਬਨਤਾ ਇੰਤੇ ਕਹੋ ਤੁਮ ਕਵਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ। ਅਸ ਹਸਤੀ ਰਥ ਅਸਵਾਰੀ ਝੂਠਾ ਡੰਪ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੈ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲੇਹ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਹਾਰੋ ਚੀਤ। ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ। ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ। ਸਾਰ ਭੂਤ ਸਤ ਹਰ ਕੋ ਨਾਉ ਸਹਿਜ ਸੁਭਾਏ ਨਾਨਕ ਗੁਣ ਗਾਓ। ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉਮੈ ਬਿਖ ਫੈਲ। ਉਹ ਅਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸੰਭਾਲ। ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਧਨਾ। ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗਾ ਜੈਕਾਰ। ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾਂ ਕੈ ਮਸਤਕ ਲੇਖ। ਏਕੋ ਜਪ ਏਕੋ ਸਾਲਾਹਾ ਏਕ ਸਿਮਰ ਏਕੋ ਮਨ ਆਹੈ। ਏਕਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ। ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਆਪ ਪ੍ਰਭ ਵਿਆਪ। ਅਨਕ ਵਿਸਤਾਰ ਏਕ ਤੇ ਭਏ ਏਕ ਅਰਾਧ ਪਰਾਸ਼ਤ ਗਏ। ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ। ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ। ਸਤਿਗੁਰਾਂ ਦੇ ਪਾਵਨ ਚਰਨਾਂ ਦੀ ਪਿਆਰੀ ਸਾਧ ਸੰਗਤ ਜੀਓ, ਗੁਰਬਾਣੀ ਵਿਚਾਰ ਗਰੁੱਪ ਦੇ ਸੂਝਵਾਨ ਪਤਵੰਤੇ ਸੱਜਣੋ, ਅੱਜ ਫੇਰ ਆਪਾਂ ਜੁੜੇ ਹਾਂ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਿਸ਼ ਦੁਆਰਾ ਪ੍ਰਾਪਤ ਹੋਈ ਸੁਖਮਨੀ ਸਾਹਿਬ ਦੀ ਬਾਣੀ, ਜਿਹਦੀ ਵਿਚਾਰ ਅੱਗੇ ਆਪਣੀ ਤੁੱਛ ਬੁੱਧੀ ਅਨੁਸਾਰ ਦੱਸ ਰਹੇ ਨੇ ਕਰਨੀ ਹੈ। ਜ਼ਰੂਰ ਤਵੱਜੋ ਦਿਓ। ਸੰਗ ਨਾ ਚਾਲਸ ਤੇਰੇ ਧਨਾ ਮਨਾ, ਉਹ ਬੰਦੇ ਉਹ ਧਨ ਤੇਰੇ ਨਾਲ ਨਹੀਂ ਜਾਣਾ। ਤੂੰ ਕਿਆ ਲਪਟਾਵੇਂ ਮੂਰਖ ਮਨਾ, ਕਿਉਂ ਲਪਟਦਾ ਇਹਦੇ ਨਾਲ? ਇਹ ਤੋਂ ਕੰਮ ਲੈ, ਇਹਨੂੰ ਧਰਤੀ 'ਚ ਕਿਉਂ ਗੜਦਾ? ਬੈਂਕ ਬੈਲੈਂਸ ਕਿਉਂ ਕਰਦਾ? ਜੋ ਵੀ ਤੇਰਾ ਕੰਮ ਹੈ, ਜ਼ਿੰਦਗੀ ਦੀਆਂ ਲੋੜਾਂ ਉਹ ਪੂਰੀਆਂ ਕਰ ਲੈ ਇਹਦੇ ਨਾਲ। ਇਹ ਤੈਨੂੰ ਦਿੱਤੀ ਹੈ ਤੇਰੀ ਸੁੱਖ ਸੁਵਿਧਾ ਖਾਤਰ, ਨਾ ਕਿ ਤੇਰੇ ਜੋੜਨ ਖਾਤਰ। ਨਾਲ ਇਹਨੇ ਜਾਣਾ ਕੋਈ ਨਹੀਂ। ਸੁਤ ਮੀਤ ਕੁਟੰਬ ਅਰ ਬੰਤਾ, ਪੁੱਤਰ ਮਿੱਤਰ ਪਰਿਵਾਰ ਘਰ ਵਾਲੀ, ਇੰਤੇ ਕਹੋ ਤੁਮ ਕਵਨ ਸਨਾਥਾ, ਇਹ ਤੇਰੇ ਨਾਲ ਜਾਣਗੇ, ਇਹ ਤੈਨੂੰ ਸਨਾਥ ਬਣਾਉਂਗੇ, ਅਨਾਥ ਕਰਨਗੇ। ਕਿਉਂਕਿ ਛੱਡ ਜਾਣਾ ਇਹਨਾਂ ਨੇ, ਜਦ ਤੈਂ ਜਾਣਾ ਇਹਨਾਂ ਨੇ ਇੱਥੇ ਰਹਿ ਜਾਣਾ, ਤੈਨੂੰ ਇਕੱਲੇ ਨੂੰ ਜਾਣਾ ਪੈਣਾ। ਰਾਜ ਰੰਗ ਮਾਇਆ ਵਿਸਥਾਰ, ਜਿਹੜੀ ਗੱਲ ਮਿੱਤਰ ਕੁਟੰਬ ਮੀਤ ਮਾਂ ਬਾਪ ਦੀ ਆਉਂਦੀ ਸਾਧ ਸੰਗਤ ਜੀ, ਉਹ ਗੁਰਬਾਣੀ 'ਚ ਬਹੁਤ ਵਿਦਤ ਹੈ ਬਾਤ। ਦੇਹਰੀ ਬੈਠੀ ਮੇਹਰੀ ਰੋਵੈ ਦੁਆਰੇ ਲਉ ਸੰਗ ਮਾਏ। ਦੇਹਰੀ ਬੈਠੀ ਮੇਹਰੀ ਰੋਵੈ ਦੁਆਰੇ ਲਉ ਸੰਗ ਮਾਏ। ਮਰਹਟ ਲਗ ਸਭ ਲੋਗ ਕੁਟੰਬ ਮਿਲ ਹੰਸ ਇਕੇਲਾ ਜਾਏ। ਬੜੇ ਤੇ ਬੜਾ ਦੇਹਲੀ ਪਰ ਬਹਿ ਕੇ ਘਰ ਵਾਲੀ ਰੋਲੂਗੀ, ਲੱਟ ਛਿਟਕਾਏ ਤਿਰਿਆ ਰੋਵੈ, ਉਹ ਬਾਲ ਖੋਲ ਕੇ ਰੋਲੂਗੀ। ਮਾਂ ਬੜੇ ਦਰਵਾਜ਼ੇ ਥਈ ਬਾਹਰ ਗੇਟ ਥਈ ਚਲੇ ਜਾਊ ਵਿਹੜੇ ਦੇ।
ਸਕੇ ਸੰਬੰਧੀ ਮੜੀਆਂ ਥਾਈਂ ਤੇਰੇ ਨਾਲ ਜਾਣਗੇ, ਬਾਕੀ ਫੇਰ ਅੱਗੇ ਤੈਨੂੰ ਇਕੱਲੇ ਨੂੰ ਜਾਣਾ ਪੈਣਾ। ਮਰਹਟ ਲਗ ਸਭ ਲੋਕ ਕਟੰਬ ਮਿਲ, ਹੰਸ ਇਕੇਲਾ ਜਾਏ। ਤੇਰੇ ਹੰਸ ਨੇ, ਤੇਰੀ ਜਿਹੜਾ ਜੀਵ ਆਤਮਾ ਹੈ, ਤੇਰੀ ਜਿਹੜਾ ਅੰਦਰਲਾ ਸੂਖਮ ਸਰੀਰ ਹੈ, ਉਹਨੇ ਇਕੱਲੇ ਨੇ ਜਾਣਾ। ਔਰ ਉੱਥੇ ਪਤਾ ਚੱਲਣਾ ਵੀ ਫਿਰ ਮੈਂ ਕਿੱਡੀ ਬੜੀ ਗਲਤੀ ਕਰਕੇ ਆਇਆ, ਨਾਮ ਨਹੀਂ ਜਪਿਆ। ਜਮਾਂ ਦੀ ਮਾਰ ਵੀ ਸਹਿਣੀ ਪੈਣੀ ਹੈ, ਵਿਖੜਾ ਪਿੰਡ ਹੈ। ਜੇ ਜਪਿਆ ਹੋਊਗਾ ਫਿਰ ਇਹ ਰਸਤੇ ਦੀ ਜਾਂਦਾ ਹੀ ਨਹੀਂ ਬੰਦਾ, ਫਿਰ ਪਰਮਾਤਮਾ ਸਿੱਧਾ ਹੀ ਆਪਣੇ ਚਰਨਾਂ 'ਚ ਲੀਨ ਕਰ ਲੈਂਦਾ। ਰਾਜ ਰੰਗ ਮਾਇਆ ਵਿਸਥਾਰ, ਰਾਜਿਆਂ ਵਾਲੇ ਰੰਗ ਯਾਨੀ ਖੇਲਾਂ ਮਸਤੀਆਂ ਅਟਖੇਲੀਆਂ ਕਰਦਾ ਮਾਇਆ ਦੇ ਵਿੱਚ। ਇੰਤੇ ਕਹੋ ਕਬਨ ਛੁਟਕਾਰ, ਕਿਵੇਂ ਛੁੱਟੇਗਾ ਇਹਨਾਂ ਤੇ ਭਾਈ, ਇਹ ਤੇਰੇ ਨਾਲ ਨਹੀਂ ਜਾਣੇ। ਅਸ ਹਸਤੀ ਰਥ ਅਸਵਾਰੀ, ਘੋੜੇ ਹਾਥੀ ਰਥ ਇਹਨਾਂ ਦੀ ਸਵਾਰੀਆਂ ਕਰਦਾ ਹੈ। ਸਵਾਰੀਆਂ ਕਰਨੀਆਂ ਮਾੜੀਆਂ ਨਹੀਂ ਹੈ, ਪਰ ਇਹ ਮਨ 'ਚ ਰੱਖ ਵੀ ਇਹਨਾਂ ਨੇ ਤੇਰੇ ਨਾਲ ਨਹੀਂ ਜਾਣਾ, ਇਹਨਾਂ ਤੇ ਕੰਮ ਲੈਣਾ। ਇਹਨਾਂ ਨੂੰ ਆਪਣੇ ਸਿਰ ਪਰ ਨਹੀਂ ਬਿਠਾਲਣਾ, ਇਹਨਾਂ ਦੇ ਸਿਰ ਪਰ ਆਪ ਬੈਠ ਕੇ ਇਹਨਾਂ ਨੂੰ ਕੰਟਰੋਲ 'ਚ ਰੱਖਣਾ। ਝੂਠਾ ਡੰਫ ਝੂਠ ਪਾਸਾਰੀ, ਝੂਠਾ ਦਿਖਾਵਾ ਹੈ, ਝੂਠ ਦਾ ਪਸਾਰਾ ਹੈ ਇਹ ਸਾਰਾ। ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ, ਜਿਹਨੇ ਇਹ ਦਿੱਤੇ ਹੈ ਉਹਨੂੰ ਤਾਂ ਅਸੀਂ ਬੇਗਾਨਾ ਸਮਝਿਆ ਹੋਇਆ, ਉਹਨੂੰ ਬੁੱਝਦੇ ਕੋਈ ਨਹੀਂ ਹੈ। ਉਸ ਤੋਂ ਬਿਲਕੁਲ ਗਾਫਿਲ ਹੋਏ ਬੈਠੇ ਹੈ, ਗਫਲਤ ਕਰ ਰਹੇ ਹੈ। ਨਾਮ ਵਿਸਾਰ ਨਾਨਕ ਪਛਤਾਨਾ, ਪਾਤਸ਼ਾਹ ਫਰਮਾਉਂਦੇ ਹੈ ਵੀ ਨਾਮ ਨੂੰ ਵਿਸਾਰ ਕੇ ਪਛਤਾਉਣਾ ਪਊਗਾ। ਫਿਰ ਗੁਰ ਕੀ ਮਤ ਤੂੰ ਲੈ ਇਆਨੇ, ਭਗਤ ਬਿਨਾ ਬਹੁ ਡੁੱਬੇ ਸਿਆਣੇ। ਗੁਰੂ ਦੀ ਮੱਤ ਲੈ ਲੈ ਇਆਣਿਆ, ਘੱਟ ਅਕਲ ਵਾਲਿਆ, ਖਾਮ ਅਕਲ ਵਾਲਿਆ। ਇਹ ਭਗਤੀ ਤੋਂ ਬਿਨਾਂ ਬੜੇ ਬੜੇ ਸਿਆਣੇ ਡੁੱਬ ਗਏ। ਭਗਤੀ ਇੱਕ ਦੀ ਕਰ ਲੈ, ਨਹੀਂ ਤਾਂ ਫਿਰ ਵਿਸ਼ਵਾਮਿੱਤਰ, ਬ੍ਰਹਮਾ ਵਿਸ਼ਨ ਮਹੇਸ਼, ਭਰਤਰੀ, ਮਛੰਦਰਨਾਥ, ਗੋਰਖਨਾਥ, ਇਹ ਸਾਰੇ ਹੀ ਕਿਤੇ ਨਾ ਕਿਤੇ ਸਮੇਂ ਭ੍ਰਸ਼ਟ ਹੋ ਗਏ। ਮਛੰਦਰਨਾਥ 75 ਸਾਲ ਦੀ ਉਮਰ 'ਚ ਗਲਤਾਨ ਹੋ ਗਿਆ, ਕਿਉਂਕਿ ਏਕੇ ਦੀ ਭਗਤੀ ਨਹੀਂ ਸੀ ਕੋਲ। ਭਗਤੀ ਸੀ ਹੋਰਾਂ ਦੀ, ਡਿਊਐਲਿਟੀ 'ਚ, ਇੱਕ ਦੀ ਨਹੀਂ ਹੋਈ। ਹਾਲਾਂਕਿ ਭਰਤਰੀ ਅਖੀਰਲੇ ਟਾਈਮ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ 'ਚ ਆ ਗਿਆ ਸੀਗਾ, ਔਰ ਉਹਦਾ ਕਲਿਆਣ ਵੀ ਹੋ ਗਿਆ ਸੀ। ਏਕੇ ਬਿਨਾਂ ਕਲਿਆਣ ਹੋਣਾ ਨਹੀਂ ਹੈ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਹਾਰੋ ਚੀਤ। ਹਰੀ ਦੀ ਭਗਤੀ ਕਰੋ, ਜਿਹਦੇ ਨਾਲ ਸਾਡਾ ਚਿੱਤ ਜਿਹੜਾ ਉਹ ਨਿਰਮਲ ਹੋਊਗਾ। ਕਰਮ ਧਰਮ ਦੇ ਨਾਲ ਮਨ ਚਿੱਤ ਜਿਹੜਾ ਹੈ ਉਹ ਨਿਰਮਲ ਨਹੀਂ ਹੁੰਦਾ, ਦੁਬਾਰਾ ਫਿਰ ਗਲਤੀਆਂ ਕਰਦਾ ਬੰਦਾ। ਹਰੀ ਦੀ ਭਗਤੀ ਨਾਲ ਮਨ ਨਿਰਮਲ ਹੁੰਦਾ ਹੈ। ਸਰੈਂਡਰ ਆਫ ਮਾਈਂਡ ਐਂਡ ਬੁੱਧੀ। ਚਰਨ ਕਮਲ ਰਾਖੋ ਮਨ ਮਾਹੀ, ਉਹਦੇ ਕਮਲ ਵਰਗੇ ਚਰਨਾਂ ਨੂੰ ਮਨ ਵਿੱਚ ਰੱਖੋ। ਜਨਮ ਜਨਮ ਕੇ ਕਿਲ ਵਿਖ ਜਾਹੇ, ਜਨਮਾਂ ਜਨਮਾਂਤਰਾਂ ਦੇ ਜਿਹੜੇ ਪਾਪ ਹੈ ਉਹ ਕੱਟੇ ਜਾਂਦੇ ਆ। ਇੱਕ ਘੜੀ ਜਾਂ ਇੱਕ ਪਲ ਦਾ ਨਾਮ ਜਪਿਆ ਹੋਇਆ ਸਾਰੇ ਪਾਪਾਂ ਨੂੰ ਰਾਖ ਕਰਕੇ ਰੱਖ ਦਿੰਦਾ। ਜਿਵੇਂ ਇੱਕ ਤੀਲੀ ਮਾਚਿਸ ਸਾਰੇ ਜੰਗਲ ਨੂੰ ਰਾਖ ਕਰ ਦਿੰਦੀ ਹੈ, ਐਸੇ ਤਰੀਕੇ ਨਾਲ ਨਾਮ ਦੇ ਇੱਕ ਕਿਣਕੇ ਨੇ ਨਰਕ ਦੇ ਵਿੱਚੋਂ ਸਾਰੇ ਹੀ ਸਜ਼ਾ ਯਾਫਤਾ ਜਿੰਨੇ ਵੀ ਲੋਕ ਸੀਗੇ, ਰਾਜੇ ਜਨਕ ਨੇ ਉਹ ਬਾਹਰ ਕਢਵਾ ਦਿੱਤੇ ਸੀ। ਤੋ ਇੱਕ ਕਿਣਕਾ ਵੀ ਜੇ ਸਾਡੇ ਮਨ 'ਚ ਵਸ ਜਾਏ, ਇੱਕ ਪਲ ਖਾਤਰ ਵਸ ਜਾਏ, ਸਮਝੋ ਕਲਿਆਣ ਹੋ ਗਿਆ। ਕਿਉਂਕਿ ਉਹ ਕਿਣਕਾ ਬਣਦਾ ਹੀ ਨਹੀਂ, ਔਰ ਉਹ ਪਲ ਬਣਦਾ ਹੀ ਨਹੀਂ ਸਾਡੇ ਮਨ ਵਿੱਚ। ਹਉਮੈ ਵਿੱਚ ਕਦੇ ਬਣੇ ਨਹੀਂ ਸਕਦਾ। ਉਹ ਹਉਮੈ ਟੁੱਟੇਗੀ ਤਾਂ ਉਹ ਇੱਕ ਕਿਣਕਾ ਜਾਂ ਇੱਕ ਪਲ ਬਣਨਾ ਹੈ। ਜਦੋਂ ਇੱਕ ਪਲ ਬਣ ਗਿਆ ਫਿਰ ਸਾਰੀ ਜ਼ਿੰਦਗੀ ਖਾਤਰ ਬੰਦਾ ਉਹਦਾ ਰਹਿ ਜਾਂਦਾ। ਇਹ ਗੱਲ ਕਹਿਣ ਵਿੱਚ ਹੈ, ਦੇਖਣ ਨੂੰ ਕੁਛ ਅਟਪਟੀ ਲੱਗਦੀ ਹੈ, ਪਰ ਗੱਲ ਇਹ ਬਿਲਕੁਲ ਸੱਚ ਹੈ। ਏਕ ਛਿਨ ਜੇ ਏਕ ਚਿੱਤ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਏਕ ਚਿੱਤ ਜੇ ਏਕ ਛਿਨ ਧਿਆਇਓ, ਜੇ ਇੱਕ ਚਿੱਤ ਕਰਕੇ, ਇੱਕ ਮਨ ਇੱਕ ਚਿੱਤ ਹੋ ਕੇ ਇੱਕ ਪਲ ਵੀ ਉਹਨੂੰ ਧਿਆ ਲਿਆ, ਫਿਰ ਕਾਲ ਫਾਸ ਤੋਂ ਬਚ ਜਾਂਦਾ ਬੰਦਾ। ਆਪ ਜਪੋ ਅਵਰਾ ਨਾਮ ਜਪਾਵੋ, ਆਪ ਵੀ ਜਪੋ ਦੂਜਿਆਂ ਨੂੰ ਵੀ ਜਪਾਵੋ। ਇੱਥੇ ਹਾਹੇ ਨੂੰ ਔਂਕੜ ਹੈ ਜਪ ਹੋ, ਜਪਾਵ ਹੋ। ਇਹ ਦੂਜਿਆਂ ਖਾਤਰ ਉਪਦੇਸ਼ ਹੈ ਸਤਿਗੁਰਾਂ ਦਾ, ਵੀ ਆਪ ਵੀ ਜਪੋ ਭਾਈ, ਤੁਸੀਂ ਦੂਜਿਆਂ ਨੂੰ ਵੀ ਜਪਾਵੋ। ਜੇ ਊੜੇ ਨੂੰ ਔਂਕੜ ਹੁੰਦੀ ਫਿਰ ਉਹਦਾ ਅਰਥ ਬਣਨਾ ਸੀ ਵੀ ਮੈਂ ਜਪਦਾ ਹਾਂ। ਸੁਨਤ ਕਹਿਤ ਰਹਿਤ ਗਤ ਪਾਵੋ, ਸੁਣਨੇ ਨਾਲ, ਕਹਿਣੇ ਨਾਲ, ਉਸ ਤਰ੍ਹਾਂ ਰਹਿਣ ਨਾਲ ਗਤ ਮਿਲਦੀ ਹੈ।
ਸਾਰਿਆਂ ਦੀ ਗਤ ਹੋ ਜਾਂਦੀ ਹੈ, ਪਰ ਜਿਹਨੇ ਮੰਨ ਲਿਆ ਨਿਧਾਨ ਉਸੇ ਨੂੰ ਮਿਲਣਾ ਖਜ਼ਾਨਾ ਨਾਮ ਦਾ। ਗਤ ਸਭ ਦੀ ਹੋ ਜਾਣੀ ਹੈ, ਸੁਣਨੇ ਵਾਲਿਆਂ ਦੀ ਵੀ, ਕਹਿਣ ਵਾਲਿਆਂ ਦੀ। ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੈ ਨਿਧਾਨਾ। ਜਿਹਨੇ ਮੰਨ ਲਿਆ ਖਜ਼ਾਨਾ ਨਾਮ ਦਾ ਉਹਨੂੰ ਮਿਲਣਾ। ਜਿਵੇਂ ਪੇਖਤ ਹੀ ਪੁਨੀਤ ਹੋਏ, ਭੇਂਟਤ ਜਪੀਐ ਨਾਉ। ਕਬੀਰ ਸੰਤ ਕੀ ਗੈਲ ਨਾ ਛੋੜੀਐ, ਮਾਰਗ ਲਾਗਾ ਜਾਓ। ਦਰਸ਼ਨ ਕਰਨ ਦੇ ਨਾਲ ਵੀ ਪੁਨੀਤ ਹੋ ਜਾਂਦਾ ਬੰਦਾ, ਸੰਤਾਂ ਦੇ, ਗੁਰੂ ਦੇ। ਪਰ ਜੇ ਉਹਨੂੰ ਮੰਨ ਵੀ ਲਵੇ ਨਾਲ ਉਹਦੀ ਸਿੱਖਿਆ ਨੂੰ, ਉਪਦੇਸ਼ ਨੂੰ, ਫਿਰ ਖਜ਼ਾਨਾ ਨਾਮ ਵਾਲਾ ਵੀ ਮਿਲ ਜਾਂਦਾ। ਇਹ ਦੋਏ ਅਲੱਗ ਅਲੱਗ ਗੱਲਾਂ ਸਾਧ ਸੰਗਤ ਜੀ। ਸਾਡੇ ਕੁਛ ਭਰਾ ਪੜ੍ਹੇ ਲਿਖੇ ਵੀ ਕਹਿੰਦੇ ਵੀ ਦਰਸ਼ਨਾਂ 'ਚ ਕੁਛ ਨਹੀਂ ਹੁੰਦਾ, ਕਿਉਂਕਿ ਗੁਰਬਾਣੀ ਦੀ ਤੁਕ ਵੀ ਬੋਲਦੇ ਆ ਨਾਲ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਕਰੇ ਵਿਚਾਰ। ਇਹਦੇ ਵਿੱਚ ਵੀ ਗੁੱਝੀ ਰਮਜ ਹੈ। ਦਰਸ਼ਨ ਕਰਨ ਦੇ ਨਾਲ ਨਾਮ ਨਹੀਂ ਪ੍ਰਾਪਤ ਹੋ ਜਾਣਾ, ਮੁਕਤੀ ਨਹੀਂ ਹੋ ਜਾਣੀ, ਪਰ ਪੁਨੀਤ ਜ਼ਰੂਰ ਹੋ ਜਾਏਗਾ। ਪੇਖਤ ਹੀ ਪੁਨੀਤ ਹੋਏ, ਤੋ ਪੁਨੀਤ ਹੋ ਜਾਣਾ, ਪਵਿੱਤਰ ਹੋ ਜਾਣਾ, ਇਹ ਵੀ ਇੱਕ ਬਹੁਤ ਅੱਛੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਸੰਗਤ ਵਿੱਚ ਜਾਣ ਨਾਲ ਹੀ ਪੁਨੀਤਤਾ ਬਣ ਜਾਂਦੀ ਬੰਦੇ ਦੀ। ਬਾਕੀ ਪ੍ਰਾਪਤੀ ਹੋਊਗੀ ਜੇ ਮੰਨ ਲੂਗਾ ਬੰਦਾ। ਨਾਮ ਮੰਨੀਏ, ਨਾਮ ਤੋਂ ਹੀ ਗਤ ਮਿਲਣੀ ਹੈ ਸਾਨੂੰ। ਤੋ ਸਾਧ ਸੰਗਤ ਜੀ, ਸਾਰ ਭੂਤ ਸਤ ਹਰਿ ਕੋ ਨਾਉ। ਇਹ ਜਿਹੜਾ ਨਿਚੋੜ ਹੈ ਸਭ ਕਾਸੇ ਦਾ, ਇਹ ਹਰੀ ਦਾ ਨਾਮ ਹੈ, ਨਾ ਕਿ ਕੋਈ ਹੋਰ ਚੀਜ਼ਾਂ ਹੈ। ਬੁੱਧੀ ਨਿਚੋੜ ਨਹੀਂ ਹੈ। ਬੁੱਧੀ ਦੇ ਵਿੱਚ ਜਿਹੜਾ ਵਿਵੇਕ ਹੈ ਉਹ ਨਿਚੋੜ ਹੈ। ਗੱਲ ਗੱਲ ਵਿੱਚ ਗੁਰਮਤਿ ਦੀ ਸਮਝ ਔਖੀ ਪੈਂਦੀ ਹੈ, ਕਿਉਂਕਿ ਸ਼ਬਦ ਤਾਂ ਉਹੀ ਹੁੰਦੇ। ਸ਼ਬਦਾਂ ਮਾਹੇ ਬਖਾਣੀਐ, ਬਿਰਲਾ ਤਾਂ ਬੁੱਝੈ ਕੋਇ। ਜਾਂ ਗਾਥਾ ਗੂੜ ਅਪਾਰੰ, ਸਮਝਣਾ ਬਿਰਲਾ ਜਨੈ। ਉਹਦੇ ਪਿੱਛੇ ਗੱਲ ਹੁੰਦੀ ਹੈ ਕੋਈ ਹੋਰ, ਉਹ ਲੁਕੀ ਹੋਈ ਹਿਡਨ ਹੁੰਦੀ ਹੈ, ਜਿਹਨੂੰ ਨਿਊਐਂਸ ਕਹਿੰਦੇ। ਸਹਿਜ ਸੁਭਾਏ ਨਾਨਕ ਗੁਣ ਗਾਓ। ਉਹਦੇ ਗੁਣ ਸਹਿਜ ਸੁਭਾਅ ਗਾਉਣੇ, ਹਠ ਨਹੀਂ ਕਰਨਾ। ਜਿਵੇਂ ਕਈ ਕਹਿੰਦੇ ਨੇ ਵੀ ਬਿਲਕੁਲ ਹਠ ਕਰੋ ਜੀ। ਇੱਕ ਕਹਾਵਤ ਵੀ ਆਉਂਦੀ ਵੀ ਬਾਬਾ ਫਰੀਦ ਜੀ ਸ਼ਾਇਦ ਰੱਸਾ ਬੰਨ੍ਹ ਕੇ ਕੱਖਾਂ ਕਾਂਡਿਆਂ ਦਾ ਖੂਹ ਦੇ ਵਿੱਚ ਲਟਕ ਗਏ ਸੀਗੇ। ਇਸ ਤਰ੍ਹਾਂ ਦੀ ਵਿਚਾਰ ਗੁਰਮਤਿ ਦੀ ਨਹੀਂ ਹੈ। ਗੁਰਮਤਿ ਨੇ ਮਨ ਨੂੰ ਸਮਝਾਉਣਾ, ਨਾ ਕਿ ਸਰੀਰ ਦੀ ਕੋਈ ਯਾਤਨਾ ਸਰੀਰ ਨੂੰ ਦੇਣੀ ਹੈ। ਹਠ ਨਹੀਂ ਕਰਨਾ, ਸਹਿਜ ਸੁਭਾਅ ਕਰਨਾ। ਔਰ ਪਰਮਾਤਮਾ ਪ੍ਰਗਟ ਵੀ ਸਹਿਜ ਸੁਭਾਅ ਹੁੰਦਾ, ਨਾ ਕਿ ਹਠ ਨਾਲ ਹੁੰਦਾ। ਉਦਮ ਹੋਰ ਚੀਜ਼ ਹੈ, ਹਠ ਹੋਰ ਚੀਜ਼ ਹੈ, ਦੋਹਾਂ ਵਿੱਚ ਵੀ ਬੜਾ ਅੰਤਰ ਹੈ। ਗੁਣ ਗਾਵਤ ਤੇਰੀ ਉਤਰ ਸਮੈਲ। ਜੇ ਗੁਣ ਗਾਏਗਾ ਉਹਦੇ, ਤੇਰੀ ਮੈਲ ਉਤਰ ਜੂਗੀ। ਤੀਰਥ ਨਹਾਏ ਨਾ ਉਤਰ ਸਮੈਲ। ਨਾਲ ਨਾਲ ਦੇਖੋ ਵਿਚਾਰ ਕੇ, ਨਹਾਉਣ ਨਾਲ ਮੈਲ ਨਹੀਂ ਉਤਰਨੀ ਤੀਰਥਾਂ 'ਤੇ, ਗੁਣ ਗਾਉਣ ਨਾਲ ਤੇਰੀ ਮੈਲ ਉਤਰ ਜੂਗੀ। ਇਹੀ ਗੁਰਬਾਣੀ ਦਾ ਮੇਨ ਪਲੈਂਕ ਹੈ। ਬਿਨ ਸਜਾਏ ਹਉਮੈ ਬਿਖ ਫੈਲ। ਗੁਣ ਗਾਉਣ ਨਾਲ ਤੇਰੇ ਜਿਹੜੇ ਅੰਦਰੋਂ ਮੈਲ ਹੈ ਹਉਮੈ ਦੀ, ਪਸਾਰਾ ਹੋਇਆ ਵਾ ਉਹਦਾ ਬੜਾ ਸਾਰਾ ਅੰਦਰ, ਜਿਵੇਂ ਜਾੜ ਹੁੰਦਾ ਦਰਖਤ ਦਾ ਬਹੁਤ ਭਾਰੀ ਜੜ੍ਹਾਂ ਦਾ, ਉਹ ਪੱਟਿਆ ਜਾਊਗਾ, ਉਹ ਹਟ ਜੂਗਾ। ਹੋਹੈ ਅਚਿੰਤ ਬਸੈ ਸੁਖ ਨਾਲ। ਫਿਰ ਤੂੰ ਅਚਿੰਤ ਹੋ ਜਾਏਗਾ, ਸੁੱਖਾਂ 'ਚ ਵਾਸਾ ਹੋ ਜੂ। ਚਿੰਤਾ ਛੱਡ, ਅਚਿੰਤ ਰਹੋ। ਸਾਸ ਗਰਾਸ ਹਰ ਨਾਮ ਸੰਭਾਲ। ਸਵਾਸਾਂ ਦੇ ਨਾਲ ਜਦੋਂ ਗਰਾਹੀ ਚੱਬਣੀ ਹੈ ਬੁਰਕੀ, ਉਦੋਂ ਵੀ ਹਰੀ ਦੇ ਨਾਮ ਨੂੰ ਸੰਭਾਲ ਪਾਏ। ਕੋਈ ਸਵਾਸ ਬਿਰਥਾ ਨਾ ਜਾਵੇ। ਇਹ ਬਹੁਤ ਅੰਤਲੀ ਸਟੇਜ ਹੁੰਦੀ ਹੈ ਸੰਤਾਂ ਦੀ। ਪਹਿਲੀ ਅਵਸਥਾ ਵਿੱਚ ਤਾਂ ਬੰਦਾ ਕੋਸ਼ਿਸ਼ ਕਰਦਾ ਹੈ, ਇਹ ਬਾਅਦ ਵਿੱਚ ਗੁਰੂ ਵੱਲੋਂ ਬਖਸ਼ਿਸ਼ ਹੁੰਦੀ ਹੈ ਜੇ ਕਿਸੇ ਨੂੰ ਸਾਸ ਗਰਾਸ ਸਿਮਰਨ ਮਿਲ ਜਾਏ। ਇਹ ਬੜੀ ਮੁਸ਼ਕਿਲ ਗੱਲ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰਮੁਖ ਰੋਮ ਰੋਮ ਤੋਂ ਹਰੀ ਨੂੰ ਧਿਆਉਂਦਾ ਹੈ। ਸਾਧ ਸੰਗਤ ਜੀਓ, ਇੱਥੇ ਥੋੜ੍ਹੀ ਜਿਹੀ ਵਿਚਾਰ ਹੋਰ ਸਾਂਝੀ ਕਰਾਂ। ਗੁਰਮੁਖ ਔਰ ਬ੍ਰਹਮ ਗਿਆਨੀ ਵੈਸੇ ਤਾਂ ਪਰਾਏਵਾਚੀ ਸ਼ਬਦ ਹੈ, ਪਰ ਇਹਨਾਂ ਦੇ ਵਿੱਚ ਵੀ ਭੇਦ ਹੈ। ਮਾਫ਼ ਕਰਿਓ, ਕਈਆਂ ਨੂੰ ਸ਼ਾਇਦ ਚੰਗੀ ਵੀ ਨਾ ਲੱਗੇ ਇਹ ਗੱਲ, ਪਰ ਜੋ ਸਮਝ ਆ ਰਹੀ ਹੈ ਉਹ ਗੱਲ ਕਹਿ ਰਿਹਾ। ਦੱਸਰਾ ਆਪਣੇ ਵੱਲੋਂ ਨਹੀਂ ਹੈ ਕੁਛ ਵੀ। ਗੁਰਮੁਖ ਦੇ ਅੰਦਰ ਚੌਥਾ ਸੁੰਨ, ਚੌਥਾ ਘਰ, ਚੌਥੀ ਪਦਵੀ ਇਹ ਬਣੀ ਹੋਈ ਹੁੰਦੀ ਹੈ। ਚੌਥਾ ਸੁੰਨ ਬਣਿਆ ਵਾ ਹੁੰਦਾ। ਜਿਹੜਾ ਬ੍ਰਹਮ ਗਿਆਨੀ ਹੈ ਉਹਦੇ ਅੰਦਰ ਚੌਥਾ ਸੁੰਨ, ਸੁੰਨ ਦੇ ਵਿੱਚ ਮਿਲਿਆ ਹੋਇਆ ਹੁੰਦਾ ਪਰਮਾਤਮਾ 'ਚ। ਇਹ ਭੇਦ ਹੈ। ਸੁੰਨੈ ਸੁੰਨ ਮਿਲਿਆ ਸਮਦਰਸੀ,
ਪਵਨ ਰੂਪ ਹੋਏ ਜਾਵੇਂਗੇ, ਬਹੁਰ ਹਮ ਕਾਹੇ ਆਵੇਂਗੇ। ਦਰਸ਼ਨ ਛੋੜ ਭਏ ਸਮਦਰਸੀ, ਏਕੋ ਨਾਮ ਧਿਆਵੇਂਗੇ। ਗੁਰਮੁਖ ਦੇ ਅੰਦਰ ਚੌਥਾ ਸੁਨ ਬਣਿਆ ਹੋਇਆ ਹੁੰਦਾ, ਬਹੁਤ ਉੱਚੀ ਸਟੇਜ ਹੈ, ਛੋਟਾ ਨਾ ਸਮਝ ਲਿਓ। ਪਰ ਜਦ ਕੰਪੈਰੀਜ਼ਨ ਕਰਨਾ ਹੈ ਤਾਂ ਬ੍ਰਹਮ ਗਿਆਨੀ ਦੇ ਅੰਦਰ ਉਹੀ ਚੌਥਾ ਸੁਨ ਦੇ ਵਿੱਚ ਮਿਲਿਆ ਹੋਇਆ ਹੁੰਦਾ, ਜਿੱਥੋਂ ਸਮਦ੍ਰਿਸ਼ਟੀ ਬਣਦੀ ਹੈ ਬ੍ਰਹਮ ਗਿਆਨੀ ਦੀ। ਗੁਰਮੁਖ ਦੀ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਹੁੰਦੀ ਹੈ, ਬ੍ਰਹਮ ਦ੍ਰਿਸ਼ਟੀ ਹੁੰਦੀ ਹੈ। ਦੁਨੀਆ ਨਾਲੋਂ ਤਾਂ ਇਹ ਵੀ ਬਹੁਤ ਉੱਚੀ ਹੈ, ਮੁਕਾਬਲਾ ਹੀ ਨਹੀਂ ਹੈ ਕੋਈ। ਤਿੰਨਾਂ ਗੁਣਾਂ ਦਾ ਚੌਥੇ ਗੁਣ ਨਾਲ ਕੋਈ ਮੁਕਾਬਲਾ ਨਹੀਂ ਹੈ। ਪਰ ਜਿਹੜਾ ਬ੍ਰਹਮ ਗਿਆਨੀ ਹੈ ਉਹਦੀ ਦ੍ਰਿਸ਼ਟੀ ਤਾਂ ਸਮ ਬਣ ਜਾਂਦੀ ਹੈ। ਉਹ ਦਰਸ਼ਨਾਂ ਦੀ ਤਾਂਘ ਨਹੀਂ ਕਰਦਾ ਫਿਰ ਰੱਬ ਦੀ, ਵੀ ਮੈਨੂੰ ਇਕੱਲੇ ਤੌਰ ਪਰ ਦਰਸ਼ਨ ਹੋਵੇਂ, ਜਿਵੇਂ ਇੱਕ ਸੰਤ ਕਰਦਾ ਹੈ ਵੀ ਮੈਨੂੰ ਦਰਸ਼ਨ ਦੇ, ਵੀ ਹੁਣ ਅਨਹਦ ਤੇ ਚਲਾਤਾ, ਹੁਣ ਦਰਸ਼ਨ ਵੀ ਦੇ ਦੇ। ਬ੍ਰਹਮ ਗਿਆਨੀ ਨੂੰ ਸਾਰੀ ਸ੍ਰਿਸ਼ਟੀ ਵਿੱਚ ਬ੍ਰਹਮ ਨਜ਼ਰ ਆਉਂਦਾ, ਸਮਦ੍ਰਿਸ਼ਟ ਉਹਨੂੰ ਕਹਿੰਦੇ। ਤੋ ਜਦੋਂ ਅਵਸਥਾ ਬਹੁਤ ਅੱਗੇ ਨਿਕਲ ਜਾਂਦੀ ਹੈ, ਉਹ ਫਿਰ ਬ੍ਰਹਮ ਗਿਆਨੀ ਦੀ ਅਵਸਥਾ ਹੁੰਦੀ ਹੈ। ਭਾਵੇਂ ਕਿ ਦੇਖਣ ਵਾਸਤੇ ਸਾਨੂੰ ਇੱਕੋ ਹੀ ਨਜ਼ਰ ਆਉਂਦਾ, ਵੀ ਸੰਤ ਵੀ, ਸਾਧ ਵੀ, ਜਗਿਆਸੂ ਵੀ ਸਭ ਇੱਕ ਜਿਹੇ ਹੁੰਦੇ, ਪਰ ਇਹ ਸਾਡੀ ਬੁੱਧੀ ਦਾ ਹੀ ਖੇਲ ਹੈ, ਇਸ ਤਰ੍ਹਾਂ ਨਹੀਂ ਹੈ। ਬਾਬਿਆਂ ਦੇ ਪਿੱਛੇ ਚੱਲ ਚੱਲ ਕੇ ਇਹ ਬਾਤਾਂ ਦੀ ਸਮਝ ਆ ਰਹੀ ਹੈ। ਆਪਣੀ ਸਮਝ ਤਾਂ ਕੁਛ ਹੋਰ ਕਹਿੰਦੀ ਹੈ, ਜਿਵੇਂ ਦੁਨੀਆਦਾਰੀ ਕਹਿੰਦੀ ਹੈ, ਸਮਝ ਤਾਂ ਉਸ ਤਰ੍ਹਾਂ ਹੀ ਕਹਿੰਦੀ ਹੈ। ਪਰ ਜਦੋਂ ਗੁਰੂ ਦੇ ਪਿੱਛੇ ਚੱਲੀਏ, ਔਰ ਗੁਰੂ ਵੀ ਸਾਡੀ ਮੱਤ ਨੂੰ ਪਿੱਛੇ ਕਰ ਦੇਵੇ, ਆਪਣੀ ਮੱਤ ਦੇਵੇ, ਫਿਰ ਇਹਨਾਂ ਬਾਤਾਂ ਦੀ ਸਮਝ ਆ ਸਕਦੀ, ਅਦਰਵਾਈਜ਼ ਮੁਸ਼ਕਲ, ਬਹੁਤ ਮੁਸ਼ਕਲ ਹੈ। ਤੋ ਜਿਹੜਾ ਫਿਰ ਸੰਤ ਹੁੰਦਾ ਹੈ, ਨਾਮ ਉਹ ਵੀ ਧਿਆਉਂਦਾ ਹੈ, ਭਾਣੇ ਵਿੱਚ ਉਹ ਵੀ ਹੁੰਦਾ ਹੈ, ਪਰ ਬ੍ਰਹਮ ਗਿਆਨੀ ਪੂਰੇ ਭਾਣੇ 'ਚ ਹੁੰਦਾ ਹੈ। ਇਹਦੇ ਵਿੱਚ ਵੀ ਅੰਤਰ ਹੈਗਾ ਹਾਂ ਸਮਝਣ ਦਾ। ਨਾਮ ਸੰਤ ਵੀ ਧਿਆਉਂਦਾ ਹੈ, ਗੁਰਮੁਖ ਵੀ ਧਿਆਉਂਦਾ ਹੈ, ਰੋਮ ਰੋਮ ਧਿਆਉਂਦਾ ਹੈ। ਬ੍ਰਹਮ ਗਿਆਨੀ ਸਵਾਸਾਂ ਵਿੱਚ ਵੀ ਧਿਆਉਂਦਾ, ਸਰੀਰ ਸਾਰੇ ਨਾਲ ਧਿਆਉਂਦਾ, ਰੋਮ ਰੋਮ ਧਿਆਉਂਦਾ। ਸੰਤ ਵੀ ਰੋਮ ਰੋਮ ਧਿਆਉਂਦਾ, ਬ੍ਰਹਮ ਗਿਆਨੀ ਉਸ ਤੋਂ ਵੀ ਅਗਲੀ ਗੱਲ ਹੈ। ਸਵਾਸਾਂ ਦੇ ਵਿੱਚ ਸਰੀਰ ਦਾ ਹਰ ਔਰਗਨ, ਚਮੜੀ ਸਮੇਤ ਸਾਰੇ ਉਹਨੂੰ ਧਿਆਉਂਦੇ। ਬਾਕੀ ਸਮਝ ਪੂਰੀ ਉਹ ਦੇ ਸਕਦਾ ਜਿਹਦੇ ਅੰਦਰ ਇਹ ਅਵਸਥਾ ਬਣੀ ਹੋਵੇ। ਸਾਨੂੰ ਤਾਂ ਇਹਦੇ ਬਾਰੇ ਸੁਣ ਕੇ ਜਾਂ ਗੁਰਬਾਣੀ ਪੜ੍ਹ ਕੇ ਥੋੜ੍ਹੀ ਬਹੁਤ ਸਮਝ ਆਉਂਦੀ ਹੈ। ਕੋਈ ਮਹਾਂਪੁਰਸ਼ ਇਸ ਅਵਸਥਾ 'ਚ ਹੋਵੇ, ਉਹ ਇਹਨੂੰ ਹੋਰ ਚੰਗੀ ਤਰ੍ਹਾਂ ਐਕਸਪਲੇਨ ਕਰ ਸਕਦਾ, ਜੇ ਕਰ ਸਕੇ। ਵੈਸੇ ਤਾਂ ਇਹ ਅਵਸਥਾ ਨੂੰ ਐਕਸਪਲੇਨ ਕਰਨਾ ਵੀ ਬਹੁਤ ਮੁਸ਼ਕਿਲ ਹੈ। ਪਹਿਲੀ ਗੱਲ ਤਾਂ ਇਹ ਵੀ ਜਿਨ੍ਹਾਂ ਨੇ ਹਰੀ ਨੂੰ ਪਾ ਲਿਆ ਹੁੰਦਾ, ਉਹ ਛੁਪਾ ਲੈਂਦੇ ਉਹਨੂੰ, ਜਿਨ ਹਰ ਪਾਇਓ ਤਿਨੈ ਛੁਪਾਇਓ। ਪਰ ਛੁਪਦਾ ਫਿਰ ਵੀ ਨਹੀਂ, ਬਾਹਰ ਨਿਕਲ ਵੀ ਆਉਂਦਾ। ਲੱਖ ਯਤਨ ਕਰ ਹਿਰਦੈ ਰੱਖਿਆ, ਰਤਨ ਨਾ ਛਪੈ ਛਪਾਇਆ, ਫਿਰ ਵੀ ਬਾਹਰ ਨਿਕਲ ਜਾਂਦਾ ਹੈ। ਤੋ ਸੰਤ ਲੋਕ ਹਮੇਸ਼ਾ ਕੋਸ਼ਿਸ਼ ਕਰਦੇ ਆ ਵੀ ਨਾ ਦੱਸੀਏ ਗੱਲ ਕਿਸੇ ਨੂੰ ਬਹੁਤੀ, ਪਰ ਫਿਰ ਵੀ ਉਹਨਾਂ ਤੋਂ ਦੱਸੀ ਜਾਂਦੀ ਹੈ। ਖੁਸ਼ਬੂ ਨੂੰ 7 ਢੱਕਣਾਂ 'ਚ ਬੰਦ ਕਰ ਦਿਓ, ਫਿਰ ਵੀ ਬਾਹਰ ਆ ਹੀ ਜਾਂਦੀ ਹੈ। ਫਿਰ ਆਫਟਰ ਆਲ ਰੱਬ ਦਾ ਨਾਮ ਹੈ, ਛੁਪੇਗਾ ਵੀ ਕਿਵੇਂ। ਗੁਣ ਗਾਵਸ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਇਹ ਤਾਂ ਹੋ ਲਿਆ। ਛਾੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ। ਇਹ ਸਾਰੀਆਂ ਸਿਆਣਪਾਂ ਛੱਡ ਦੇ ਮਨਾ, ਸਾਧ ਸੰਗਤ ਦੇ ਨਾਲ ਜੁੜ ਜਾ, ਜਿੱਥੇ ਤੈਨੂੰ ਸੱਚ ਦੇ ਧਨ ਦੀ ਪ੍ਰਾਪਤੀ ਹੋਣੀ ਹੈ, ਨਾਮ ਦੀ ਪ੍ਰਾਪਤੀ ਹੋਣੀ ਹੈ। ਹਰ ਪੂੰਜੀ ਸੰਚ ਕਰੋ ਵਿਵਹਾਰ। ਇਹ ਜਿਹੜੀ ਹਰੀ ਰੂਪ ਪੂੰਜੀ ਹੈ, ਇਹਨੂੰ ਸੰਚੋ, ਇਹਨੂੰ ਇਕੱਠੇ ਕਰੋ, ਇਹਦਾ ਵਿਹਾਰ ਕਰੋ, ਲੈਣ ਦੇਣ ਇਹਦਾ ਕਰੋ, ਵਪਾਰ ਬਣਾਓ ਇਹਦਾ। ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਨਾਮ ਕੇ ਵਿਆਪਾਰੀ, ਹਰ ਕੇ ਨਾਮ ਕੇ ਵਿਆਪਾਰੀ। ਇਹਾਂ ਸੁੱਖ ਦਰਗਾਹ ਜੈਕਾਰ। ਫਿਰ ਇੱਥੇ ਵੀ ਸੁੱਖ, ਦਰਗਾਹ ਦੇ ਵਿੱਚ ਵੀ ਜੈ ਜੈਕਾਰ ਹੋਣੀ ਹੈ, ਤਿੰਨੇ ਲੋਕਾਂ 'ਚ ਹੋਣੀ ਹੈ। ਵਡਿਆਈ ਫਿਰ ਵੀ ਹੋਣੀ ਹੈ, ਹੁਣ ਨਾਲੋਂ ਵੀ ਕਿਤੇ ਜ਼ਿਆਦਾ ਹੋਣੀ ਹੈ। ਪਰ ਜਿਹੜੀ ਹਉਮੈ ਵਾਲੀ ਵਡਿਆਈ ਹੈ, ਉਹ ਮਾੜੀ ਹੈ, ਮਾਰੂ ਹੈ। ਅਤੇ ਜਿਹੜੀ ਹਉਮੈ ਰਹਿਤ ਹੋ ਕੇ ਸਾਧ ਸੰਗਤ ਦੇ ਨਾਲ ਜੁੜ ਕੇ ਸੰਗਤ ਵਿੱਚੋਂ ਜਿਹੜੀ ਵਡਿਆਈ ਪ੍ਰਾਪਤ ਹੋਣੀ ਹੈ, ਉਹਦਾ ਕੋਈ ਲੇਖਾ ਨਹੀਂ ਫਿਰ ਹੈ, ਇੰਨੀ ਵਡਿਆਈ ਹੋਣੀ। ਸਾਰੇ ਜਗਤ ਨੂੰ ਪੈਰਾਂ 'ਚ ਪਾਉਣਾ ਪਰਮਾਤਮਾ ਨੇ ਫਿਰ। ਔਰ ਉਸ ਮਹਾਂਪੁਰਸ਼ ਦੇ ਅੰਦਰ ਨਹੀਂ ਇਹ ਹੁੰਦੀ ਲਾਲਸਾ ਵੀ ਮੇਰੇ ਕੋਈ ਪੈਰਾਂ ਨੂੰ ਪਵੇ, ਪਰ ਪਰਮਾਤਮਾ ਪਾਉਂਦਾ, ਇਹ ਉਹਦਾ ਬਿਰਦ ਹੈ। ਜਿਨ ਕੋ ਆਪ ਦੇ ਵਡਿਆਈ, ਜਗਤ ਪੀ ਆਪੇ ਆਣ, ਤਿਨ ਕੋ ਪੈਰੀ ਪਾਏ। ਡਰੀਏ ਤਾਂ ਜੇ ਕਿਛ ਆਪ ਤੂੰ ਕੀਚੈ, ਕਰਤਾ ਸਭ ਆਪਣੀ ਕਲਾ ਵਧਾਏ। ਫਿਰ ਡਰ ਕਾਹਦਾ, ਉਹ ਆਪਣੀ ਕਲਾ ਆਪ ਵਧਾ ਰਿਹਾ ਹੈ। ਤਾਂ ਮਹਾਂਪੁਰਸ਼ ਨੂੰ ਫਿਰ ਕਾਹਦਾ ਡਰ ਹੈ, ਜਦ ਮਨ ਵਿੱਚ ਹੀ ਨਹੀਂ ਹੈ ਵੀ ਮੇਰੇ ਕੋਈ ਪੈਰਾਂ ਨੂੰ ਪਵੇ। ਪੈਂਦੇ ਆ ਤਾਂ ਉਹਦੀ ਕਲਾ, ਉਹਦੀ ਰਜਾ। ਸਰਬ ਨਿਰੰਤਰ ਏਕੋ ਦੇਖ। ਜਿਹੜਾ ਹਰ ਜਗ੍ਹਾ ਹੈ, ਹਰ ਸਮੇਂ ਵਿੱਚ ਹੈ, ਨਿਰੰਤਰ ਚੱਲ ਰਿਹਾ ਹੈ, ਰਹਿਣ ਵਾਲਾ ਹੈ,
ਉਹਨੂੰ ਦੇਖ ਹਰ ਜਗ੍ਹਾ। ਕਹੋ ਨਾਨਕ ਜਾਂ ਕੈ ਮਸਤਕ ਲੇਖ। ਕੌਣ ਦੇਖੂਗਾ? ਜਿਹਦੇ ਮਸਤਕ ਦੇ ਉੱਪਰ ਲੇਖ ਪਿਆ ਹੋਇਆ ਹੈ। ਇਹ ਲੇਖ ਸਾਧ ਸੰਗਤ ਜੀਓ ਪਰਮਾਤਮਾ ਨੇ ਪਾ ਕੇ ਭੇਜਿਆ ਹੁੰਦਾ, ਬੰਦਾ ਸਮੇਂ ਨਾਲ ਪ੍ਰਗਟ ਹੋ ਜਾਂਦਾ, ਪਹਿਲਾਂ ਨਹੀਂ ਵੀ ਹੁੰਦਾ। ਏਕੋ ਜਪ ਏਕੋ ਸਾਲਾ, ਇੱਕ ਨੂੰ ਹੀ ਜਪਣਾ ਹੈ, ਇੱਕ ਨੂੰ ਹੀ ਸਲਾਉਣਾ ਹੈ, ਉਹਦੀ ਵਡਿਆਈ ਕਰਨੀ ਹੈ। ਏਕ ਸਿਮਰ ਏਕੋ ਮਨ ਆਹੈ। ਔਰ ਇੱਕ ਦੀ ਉਹ ਸਿਮਰਨ ਨਾ ਕਰ, ਇੱਕ ਦੀ ਉਹ ਚਾਹਨਾ ਕਰ, ਇੱਕ ਤੋਂ ਬਿਨਾਂ ਦੂਜੀ ਗੱਲ ਨਾ ਕਰ। ਦੇਖੋ ਗੁਰਮਤਿ ਦਾ ਫਲਸਫਾ, ਬਾਣੀ ਦੀ ਵਿਚਾਰ ਚੋਂ ਨਿਕਲ ਰਹੀਆਂ ਇਹ ਬਾਤਾਂ ਸਾਰੀਆਂ। ਜੇ ਆਪਾਂ ਉੱਪਰੋਂ ਉੱਪਰੋਂ ਬਾਣੀ ਦੀ ਵਿਚਾਰ ਕਰ ਲਈਏ, ਪੜ੍ਹ ਲਈਏ, ਵਿਚਾਰ ਵੀ ਨਾ ਕਰੀਏ, ਸਿਰਫ ਪੜ੍ਹ ਲਈਏ, ਫਿਰ ਆਪਾਂ ਨੂੰ ਏਕੇ ਪਖੰਡ ਕਿਵੇਂ ਆਊਗਾ ਭਾਈ? ਇਹ ਬਾਰ-ਬਾਰ ਗੁਰਬਾਣੀ ਇਹੀ ਗੱਲ ਨੂੰ ਫਰਮਾ ਰਹੀ ਹੈ ਵੀ ਇੱਕ ਪਰ ਆ ਜਾਓ, ਇੱਕ ਪਰ ਆ ਜਾਓ, ਇੱਕ ਪਰ ਆ ਜਾਓ। ਇਹ ਮਨ ਮੈਲਾ ਇੱਕ ਨਾ ਧਿਆਏ। ਇਹ ਮੈਲਾ ਹੀ ਇਸ ਕਰਕੇ ਵੀ ਇੱਕ ਪਰ ਨਹੀਂ ਖੜਦਾ ਹੈ। ਜਿਹੜਾ ਏਕੇ 'ਚ ਮਨ ਆ ਗਿਆ ਉਹ ਪਵਿੱਤਰ ਹੋ ਜਾਣਾ ਉਹਨੇ। ਡੁਐਲਟੀ ਵਿੱਚ ਮਨ ਪਵਿੱਤਰ ਕਦੇ ਵੀ ਨਹੀਂ ਹੁੰਦਾ। ਏਕਸ ਕੇ ਗੁਣ ਗਾਓ ਅਨੰਤ, ਇੱਕ ਦੇ ਹੀ ਗੁਣ ਗਾਓ ਭਾਈ। ਮਨ ਤਨ ਜਾਪ ਏਕ ਭਗਵੰਤ, ਮਨ ਵਿੱਚ ਤਨ ਵਿੱਚ ਇੱਕ ਭਗਵੰਤ, ਇੱਕ ਵਾਹਿਗੁਰੂ ਦਾ ਜਾਪ ਕਰੋ। ਏਕੋ ਏਕ ਏਕ ਹਰ ਆਪ, ਉਹ ਇੱਕੋ ਇੱਕ ਸਭ ਜਗ੍ਹਾ ਹੈ, ਹਰ ਜਗ੍ਹਾ ਉਹ ਵਿਆਪਕ ਹੈ। ਪੂਰਨ ਪੂਰ ਰਹਿਓ ਪ੍ਰਭ ਵਿਆਪ, ਸਭ ਜਗ੍ਹਾ ਉਹੀ ਵਿਆਪਿਆ ਹੋਇਆ, ਇੱਕੋ ਹੀ ਹੈ, ਏਕੋ ਹੈ ਭਾਈ, ਏਕੋ ਹੈ। ਇੱਕ ਦੀ ਵਿਚਾਰ ਆਪਾਂ ਨੇ ਕਈ ਵਾਰ ਸਾਂਝੀ ਕਰੀਏ ਮਨਸੂਰ ਦੀ। ਮਨਸੂਰ ਨੂੰ ਇੱਕ ਵਾਰੀ ਜਦੋਂ ਉਹ ਅਨਲ ਹੱਕ ਕਹਿੰਦਾ ਸੀਗਾ ਤੇ ਸਾਰੀ ਸੁਸਾਇਟੀ ਉਹਦੀ ਸਮਾਜ ਬਰਖਲਾਫ ਹੋ ਗਿਆ ਵੀ ਇਹ ਆਪਣੇ ਆਪ ਨੂੰ ਖੁਦਾ ਕਹਿੰਦਾ ਹੈ, ਮੈਂ ਖੁਦਾ ਹਾਂ। ਅਨਲ ਹੱਕ ਦਾ ਮਤਲਬ ਇਹੀ ਹੁੰਦਾ। ਸਾਰੇ ਲੋਕ ਉਲਟ ਹੋ ਗਏ। ਹੁਣ ਅੰਦਰ ਦੀ ਭਾਵਨਾ ਜਿਹੜੀ ਨਿਊਐਂਸ ਸੀਗੀ ਉਹਦਾ ਪਤਾ ਨਹੀਂ ਸੀ ਵੀ ਇਹ ਕਾਹਤੇ ਕਹਿੰਦਾ ਇਸ ਤਰ੍ਹਾਂ। ਤਾਂ ਉਹਦੇ ਗੁਰੂ ਜੁਨੈਦੀ ਨੇ ਕਿਹਾ ਵੀ ਮਨਸੂਰ ਤੇਰੇ ਬਰਖਲਾਫ ਬਹੁਤ ਬੜਾ ਇੱਕ ਹੋ ਹੱਲਾ ਹੋ ਰਿਹਾ, ਇੱਕ ਤੂਫਾਨ ਆ ਰਿਹਾ ਚੜ੍ਹ ਕੇ, ਤੂੰ ਕੁਛ ਚਿਰ ਖਾਤਰ ਮੱਕੇ ਚਲੇ ਜਾ, ਤੇਰਾ ਛੁਟਕਾਰਾ ਹੋ ਜੂ। ਕਹਿੰਦਾ ਚੰਗਾ ਗੁਰੂ ਜੀ, ਤੁਹਾਡਾ ਬਚਨ ਮੰਨ ਲੈਂਦਾ। ਗਠੜੀ ਬੰਨੀ ਕੱਪੜਿਆਂ ਦੀ, ਜੁਨੈਦ ਦੀਆਂ ਕਰੀਆਂ 7 ਪਰਿਕਰਮਾਂ, ਗਠੜੀ ਮਾਰੀ ਭਗਾ ਕੇ ਲਓ, ਕਹਿੰਦੇ ਗੁਰੂ ਜੀ ਮੈਂ ਮੱਕੇ ਜਾ ਆਇਆ। ਜੁਨੈਦ ਕਹਿੰਦਾ ਮਨਸੂਰ ਤੇਰੀ ਅਵਸਥਾ ਨੂੰ ਤਾਂ ਮੈਂ ਕੁਛ ਸਮਝ ਸਕਦਾ, ਪਰ ਲੋਕ ਕਿਵੇਂ ਸਮਝੂਗੇ? ਉਹਨਾਂ ਨੇ ਤੈਨੂੰ ਫਕੜ ਕੇ ਸੂਲੀ ਪਰ ਟੰਗ ਦੇਣਾ। ਉਹ ਕਹਿੰਦੇ ਗੁਰੂ ਜੀ ਕਿਹਨੂੰ ਟੰਗੂਗੇ? ਮਨਸੂਰ ਤਾਂ ਮਰ ਚੁੱਕਿਆ ਹੋਇਆ, ਮਨਸੂਰ ਤਾਂ ਬਸ ਤੂੰ ਹੀ ਕਰ ਰਿਹਾ। ਹੁਣ ਕਿਹਨੂੰ ਟੰਗਣਗੇ? ਸਰੀਰ ਨੂੰ ਟੰਗਣਗੇ ਨਾ, ਟੰਗ ਲੈਣ, ਮਨਸੂਰ ਤਾਂ ਅਮਰ ਹੈ। ਉਹ ਬਾਤ ਹੈ ਇੱਕ ਦੀ, ਏਕੇ ਦੀ। ਅਨੇਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਗਏ। ਜਿੰਨੇ ਵੀ ਸਾਰੇ ਵਿਸਥਾਰ ਹੈ ਉਹ ਇੱਕ ਤੇ ਹੈ, ਏਕਾ ਹੀ ਊੜਾ ਬਣਿਆ ਹੋਇਆ, ਇੱਕ ਓਅੰਕਾਰ। ਏਕਾ ਨਿਰੰਕਾਰ, ਓਅੰਕਾਰ ਹੈ ਜਿਹੜਾ ਉਹ ਆਪ ਦਾ ਸਰਗੁਣ ਰੂਪ ਹੈ। ਉਸੇ ਨੂੰ ਅਰਾਧਣੇ ਨਾਲ ਪ੍ਰਾਸ਼ਤ ਜਾਣੇ। ਪ੍ਰਾਸ਼ਤ ਮੀਨਜ ਪਾਪ, ਕਿਲ ਵਿਖ। ਮਨ ਤਨ ਅੰਤਰ ਏਕ ਪ੍ਰਭ ਰਾਤਾ, ਮਨ ਵਿੱਚ ਤਨ ਵਿੱਚ ਇੱਕੋ ਪ੍ਰਭੂ ਵਸਿਆ ਹੋਇਆ, ਉਹਦੇ ਨਾਲ ਮਨ ਰੰਗਿਆ ਹੋਇਆ। ਗੁਰ ਪ੍ਰਸਾਦ ਨਾਨਕ ਇੱਕ ਜਾਤਾ। ਇਹ ਕਿੱਥੋਂ ਪਤਾ ਲੱਗੂਗਾ ਏਕੇ ਦਾ ਭਾਈ? ਇਹ ਗੁਰੂ ਤੋਂ ਪਤਾ ਲੱਗਣਾ। ਸਾਧ ਸੰਗਤ ਜੀਓ 3 ਕਿਰਪਾ ਪ੍ਰਭੂ ਦੀਆਂ ਹੈ ਬੰਦੇ ਦੇ ਉੱਪਰ। ਪਹਿਲੀ ਗੱਲ ਮਨੁੱਖਾ ਜਨਮ ਮਿਲਣਾ, ਭਾਵੇਂ ਕਿ ਆਪਣੇ ਸੰਸਕਾਰਾਂ 'ਤੇ ਵੀ ਡਿਪੈਂਡ ਕਰਦਾ, ਪਰ ਕਿਰਪਾ ਪ੍ਰਭੂ ਦੀ ਹੈ। ਫਲਸਫੇ 'ਚ ਇਹੀ ਆਉਂਦੀ ਬਾਤ। ਫਿਰ ਆਪਣੇ ਆਪ ਪਰ ਕਿਰਪਾ ਕਰਨੀ ਬੰਦੇ ਨੇ, ਇਹ ਵੀ ਜੇ ਪ੍ਰਭੂ ਕਰਵਾਊਗਾ ਤਾਂ ਕਰੂਗਾ, ਨਹੀਂ ਤਾਂ ਨਹੀਂ ਕਰੂਗਾ। ਔਰ ਅਗਲੀ ਕਿਰਪਾ ਤੀਜੀ ਹੈਗੀ ਹੈ ਗੁਰੂ ਦਾ ਮਿਲਾਪ, ਕਿਸੇ ਵਿਰਲੇ ਪੂਰੇ ਸੰਤ ਦਾ ਮਿਲਾਪ। ਇਹ ਪ੍ਰਭੂ ਕਿਰਪਾ ਕਰਦਾ ਹੈ। ਗੁਰੂ ਦੀ ਕਿਰਪਾ ਇਹ ਹੈ ਵੀ ਗੁਰੂ ਨੇ ਸਾਡੇ ਅੰਦਰ ਨਾਮ ਚਲਾ ਦੇਣਾ, ਪਰਮਾਤਮਾ ਦੇ ਨਾਲ ਜੋੜਨਾ, ਸਮਦ੍ਰਿਸ਼ਟ ਬਣਾਉਣਾ ਸਾਨੂੰ। ਇਹ ਗੁਰੂ ਦੀਆਂ ਅੱਗੇ ਕਿਰਪਾਵਾਂ। ਅਲੱਗ ਅਲੱਗ ਅਵਸਥਾ ਵਿੱਚ ਅਲੱਗ ਅਲੱਗ ਵਾਪਰਦਾ ਹੈ ਸਾਰਾ ਕੁਛ। ਤੋ ਸਾਧ ਸੰਗਤ ਜੀ ਉਹ ਵਿਚਾਰ ਤਾਂ ਇੱਥੇ ਸਮਾਪਤੀ ਹੈ। ਹੋਰ ਕੋਈ ਵਿਚਾਰ ਮਨ 'ਚ ਆਊਗਾ ਦਿਨ ਵਿੱਚ ਕਰ ਲਾਂਗੇ। ਉਹ ਜਿਹੜੀ ਸਮਦ੍ਰਿਸ਼ਟੀ ਵਾਲੀ ਵਿਚਾਰ ਬ੍ਰਹਮ ਗਿਆਨੀ ਦੀ ਹੈ, ਉਹਦੇ ਬਾਰੇ 'ਚ ਥੋੜ੍ਹਾ ਜਿਹਾ 1-2 ਸ਼ਬਦ ਹੋਰ। ਬ੍ਰਹਮ ਦੀਸੈ ਬ੍ਰਹਮ ਸੁਣੀਐ,
ਏਕ ਏਕ ਬਖਾਣੀ ਹੈ। ਆਤਮ ਪਸਾਰਾ ਕਰਨ ਹਾਰਾ, ਏਕ ਬਿਨਾ ਨਹਿ ਜਾਣੀ, ਪ੍ਰਭ ਬਿਨਾ ਨਹਿ ਜਾਣੀ। ਉਸ ਅਵਸਥਾ ਦੇ ਵਿੱਚ ਜੇ ਕਿਸੇ ਨੂੰ ਉਹ ਪ੍ਰਾਪਤ ਹੋ ਜਾਏ, ਬ੍ਰਹਮ ਗਿਆਨੀ ਵਾਲੀ, ਬ੍ਰਹਮੇ ਦਿਖਦਾ ਹੈ, ਬ੍ਰਹਮੇ ਸੁਣਦਾ, ਸਾਰਾ ਕੁਛ ਹੀ ਬ੍ਰਹਮ ਹੁੰਦਾ। ਦੇਖੋ ਕਿੰਨੀ ਉੱਚੀ ਅਵਸਥਾ। ਗੁਰਸਿੱਖਾਂ ਦੀ ਵੀ ਐਸੀ ਅਵਸਥਾ ਹੁੰਦੀ ਹੈ। ਆਰੇ ਦੇ ਹੇਠ ਬੈਠ ਕੇ ਸੀਸ ਪਰ ਆਰਾ ਚਲਾਉਣਾ, ਇਹ ਐਵੇਂ ਨਹੀਂ ਕੋਈ ਚਲਵਾ ਸਕਦਾ। ਹਾਂ, ਕਿਸੇ ਨੂੰ ਜ਼ਬਰਦਸਤੀ ਬੰਨ੍ਹ ਕੇ ਉਹਦੇ ਪਰ ਚਲਾ ਦਿਓ, ਰੋਂਦਿਆਂ ਕਲਾਉਂਦਿਆਂ, ਉਹ ਗੱਲ ਹੋਰ ਹੈ, ਉਹ ਤਾਂ ਕਿਸੇ ਪਰ ਵੀ ਚਲਾ ਸਕਦੇ ਹਾਂ। ਪਰ ਸਹਿਜ ਵਿੱਚ ਰਹਿ ਕੇ ਵਾਹਿਗੁਰੂ ਦਾ ਜਾਪ ਕਰਦਿਆਂ ਉਹਨੂੰ ਸਹਿ ਜਾਣਾ, ਇਹ ਤਾਂ ਬਹੁਤ ਵਿਰਲੇ ਗੁਰਸਿੱਖਾਂ ਦੀ, ਮਹਾਂਪੁਰਸ਼ਾਂ ਦੀ ਦਾ ਭਾਣਾ ਹੁੰਦਾ। ਹਰ ਇੱਕ ਬੰਦਾ ਇਸ ਤਰ੍ਹਾਂ ਕਰੇ, ਸੋਚ ਵੀ ਨਹੀਂ ਸਕਦਾ। ਬਲਕਿ ਬੁੱਧੀ ਤਾਂ ਇਹ ਕਹੂਗੀ ਵੀ ਕਿਵੇਂ ਚਲਾ ਲਿਆ। ਸਾਧ ਸੰਗਤ ਜੀ, ਗੱਲ ਕਹਿ ਕੇ ਸਮਾਪਤੀ ਕਰੀਏ। ਸਿੰਘ ਫੌਜ ਦੇ ਵਿੱਚ ਸਿੱਖ ਜਿਹੜੇ ਸਿਪਾਹੀ ਸੀਗੇ, ਲੰਗਰ ਪਕਾ ਰਹੇ ਸੀਗੇ। ਤੱਤੀ ਲੋਹ ਦੇ ਆਲੇ ਦੁਆਲੇ ਬੈਠੇ ਸੀ। ਕੋਈ ਪੇੜੇ ਕਰਦਾ ਸੀ, ਕੋਈ ਉੱਪਰ ਪਾਉਂਦਾ ਸੀ, ਕੋਈ ਰੋਟੀਆਂ ਥੱਲਦਾ ਸੀ। ਇੱਕ ਅੰਗਰੇਜ਼ ਮੇਜਰ ਆ ਗਿਆ, ਅਫਸਰ। वो कहता, आप लोग सिख लंगर चलाते हैं गुरु के नाम पे, आप ये भी बोलते हैं कि हमारा गुरु तत्ती लोक में बैठ गया था, ये सच है? ऐसा कैसे हो सकता है? ਹੁਣ ਦੇਖੋ ਸਿੱਖਾਂ ਦੀ ਵੀ ਅਵਸਥਾ ਅੱਗੇ। ਉਹ ਕਹਿੰਦੇ ਜੀ ਉਹ ਤਾਂ ਗੁਰੂ ਸੀਗੇ, ਉਹ ਤਾਂ ਤਵੀ ਛੱਡ ਕੇ ਜੋ ਮਰਜ਼ੀ ਵੀ ਕਰ ਸਕਦੇ ਸੀਗੇ, ਕਿਸੇ ਵੀ ਇਮਤਿਹਾਨ 'ਚੋਂ ਪਾਸ ਹੋ ਸਕਦੇ ਸੀਗੇ। ਅਸੀਂ ਉਹਨਾਂ ਦੇ ਪੈਰੋਕਾਰ ਹੈ, ਸਿੱਖ ਹੈ, ਲਓ ਮਾਰੇ ਛਾਲ ਤਵੀ ਪਰ ਜਾ ਬੈਠਿਆ, ਲੂਸਿਆ ਗਿਆ ਇੰਨੇ ਵਿੱਚ, ਗਰਮ ਸੀ ਤਵੀ। ਇਹ ਹੈ ਸਿੱਖਾਂ ਦੀ ਵਡਿਆਈ। ਤੋ ਜਿਹੜੇ ਗੁਰਸਿੱਖ ਹੈ ਉਹਨਾਂ ਨੂੰ ਇਹ ਸਿਹਰਾ ਹੈ, ਉਹਨਾਂ ਨੂੰ ਜਾਂਦਾ। ਸਿੱਖ ਤਾਂ ਅਸੀਂ ਵੀ, ਆਪਾਂ ਵੀ ਹੈਗੇ ਹੀ ਹਾਂ। ਆਪਾਂ ਤਾਂ ਨਕਲੇ ਕਰਦੇ ਸਿੱਖੀ ਦੀ, ਸਿੱਖੀ ਦਾ ਘਰ ਤਾਂ ਬਹੁਤ ਦੂਰ ਹੈ। ਜੇ ਸਿੱਖ ਬਣਾ ਦੇਵੇ ਸਾਨੂੰ ਤਾਂ ਹੀ ਹੈ, ਗੁਰੂ ਮਹਾਰਾਜ ਬਰਸ ਲਵੇ। ਅਸੀਂ ਤਾਂ ਹਾਲੇ ਦੇਵੀ ਦੇਵਤਿਆਂ ਦੇ ਚੱਕਰ 'ਚ ਫਿਰਦੇ ਹਾਂ। ਦਿਨਾਂ ਬੁੱਧਵਾਰ ਵੀਰਵਾਰ ਦੀਆਂ ਵਿਚਾਰਾਂ ਕਰਦੇ ਫਿਰਦੇ ਹਾਂ। ਮੜੀਆਂ ਮਸਾਣੀਆਂ ਪਰ ਜਾਂਦੇ ਹਾਂ, ਜੋਤਸ਼ੀਆਂ ਦੇ ਨਗ ਪਾਉਂਦੇ ਹਾਂ, ਜਠੇਰਿਆਂ ਦੀ ਪੂਜਾ 'ਚ ਲੱਗੇ ਹੋਏ ਹਾਂ। ਪਤਾ ਨਹੀਂ ਕਿਆ ਕਿਆ ਕਰ ਰਹੇ ਹਾਂ। ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।